ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋਂ, ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਹੈ ਸਰੋਤੇ ਜਨ ਜਿਹੜੇ ਸੰਗਤੀ ਰੂਪ ਵਿੱਚ ਬੈਠੇ ਨੇ ਥੱਕ ਗਏ ਹੈ ਜਾਂ ਉਕਤਾਹਟ ਮਹਿਸੂਸ ਕਰ ਰਹੇ ਹੈ, ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਬੋਰਡਮ ਕਹਿ ਦਿੰਦੇ ਹਾਂ। ਬੋਰ ਹੋ ਰਹੇ ਲੱਗਦੇ ਹੈ। ਇਸੇ ਕਰਕੇ ਮੈਂ ਤਾਂ ਇਹੀ ਆਖਿਆ ਸੀ ਵੀ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਸਾਂਝੀ ਕਰੀਏ, ਪਰ ਸਾਂਝ ਦਾ ਹੁੰਗਾਰਾ ਨਹੀਂ ਹੈ। ਉਹ ਮੈਨੂੰ ਤਾਂ ਲੱਗਿਆ ਵੀ ਤੁਸੀਂ ਉਕਤਾ ਗਏ, ਸ਼ਾਇਦ ਸੁਣ ਕੇ ਥੱਕ ਗਏ। ਇੱਕ ਵਾਰੀ ਫਿਰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਤੱਕ ਜਾਗਤ ਜੋਤ ਸਤਿਗੁਰੂ ਦੇ ਲੋਕ ਪਰਲੋਕ ਦੇ ਸੁੱਖ ਦਾਤੇ ਸਤਿਗੁਰੂ ਜੀ ਦੇ ਕੋਲ ਬੈਠੀਏ, ਉਹਨਾਂ ਚਿਰ ਯਤਨ ਕਰੀਏ ਸੁਚੇਤ ਹੋ ਕੇ ਬੈਠਣ ਦਾ। ਸਰੀਰ ਥੱਕ ਜਾਂਦੇ ਹੈ, ਮਨ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ, ਮਨ ਸੁਚੇਤ ਰਹਿਣਾ ਚਾਹੀਦਾ ਹੈ। ਪਰ ਇਹ ਤਾਂ ਹੀ ਰਹੇਗਾ ਜੇ ਮਨ ਵਿੱਚ ਕੁਝ ਜਾਣਨ ਦੀ ਉਤਸੁਕਤਾ ਹੋਵੇਗੀ। ਤਾਂ ਉਤਸੁਕਤਾ ਤਾਂ ਪੈਦਾ ਹੁੰਦੀ ਹੈ ਜੇ ਅੰਦਰ ਕੋਈ ਖੁਦਿਆ ਮਹਿਸੂਸ ਹੋਵੇ, ਕੋਈ ਤੋਟ ਮਹਿਸੂਸ ਹੋਵੇ, ਕੋਈ ਵੇਦਨਾ, ਕੋਈ ਪੀੜਾ ਅੰਦਰ ਮਹਿਸੂਸ ਹੋਵੇ। ਤਾਂ ਜਿੰਨਾ ਚਿਰ ਤੱਕ ਆਪਣੇ ਅੰਦਰ ਅਸੀਂ ਕੋਈ ਥੁੜ ਮਹਿਸੂਸ ਨਹੀਂ ਕਰਦੇ, ਕੋਈ ਘਾਟ ਮਹਿਸੂਸ ਨਹੀਂ ਕਰਦੇ, ਕਿਤੇ ਅਸੀਂ ਬੇਚੈਨ ਅਸ਼ਾਂਤ ਨਹੀਂ ਹੁੰਦੇ, ਉਹਨਾਂ ਚਿਰ ਤੱਕ ਕੁਝ ਜਾਣਨ ਦੀ ਉਤਸੁਕਤਾ ਵੀ ਨਹੀਂ ਪੈਦਾ ਹੁੰਦੀ, ਇੱਛਾ ਵੀ ਪੈਦਾ ਨਹੀਂ ਹੁੰਦੀ, ਕੁਝ ਗ੍ਰਹਿਣ ਕਰਨ ਦੀ ਇੱਛਾ ਨਹੀਂ ਪੈਦਾ ਹੁੰਦੀ। ਇਹ ਜਿਹੜਾ ਤੁਸੀਂ ਵਿਸ਼ਾ ਲਿਆ ਮੇਰੀ ਛੋਟੀ ਭੈਣ ਗੁਰਸਵਾਰੀ ਬੀਬਾ ਨਰਿੰਦਰ ਕੌਰ ਜੀ ਨੇ, ਇਹ ਮੈਨੂੰ ਲੱਗਦਾ ਮਨੋਵਿਗਿਆਨਕ ਮਨ ਦੀ ਬਿਰਤੀ ਨਾਲ ਜ਼ਿਆਦਾ ਸੰਬੰਧਿਤ ਹੈ। ਉੱਥੋਂ ਹੀ ਇਹ ਸਮਾਜਿਕ ਪਰਿਵਾਰਕ ਸਮੱਸਿਆ ਬਣ ਗਈ ਹੈ। ਇੱਕ ਤਾਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਜਿੰਨੇ ਵੀ ਬੁਲਾਰੇ ਸੱਜਣ ਇੱਥੇ ਆ ਕੇ ਬੋਲਣ, ਖਿਮਾ ਮੰਗਦਾ ਮੈਂ ਕੋਈ ਦਾਅਵਾ ਨਹੀਂ ਕਰ ਰਿਹਾ, ਪਰ ਤੁਸੀਂ ਦੇਖੋ ਬਚਨ ਲਿਖਿਆ ਹੈ, ਸੱਸੇ ਨੂੰ ਕੰਨਾ ਅਤੇ ਚੱਚੇ ਨੂੰ ਦੁਲਾਵਾਂ ਹੈ। ਸੱਚ ਹੈ, ਸੱਚੇ ਨਹੀਂ ਹੈ। ਸਾਰੇ ਆਪਾਂ ਕਿਤੇ ਬੇਧਿਆਨੇ ਹੋ ਜਾਂਦੇ ਹਾਂ। ਸਾਚੇ ਮੇਲ ਮਿਲਾਏ ਨਹੀਂ ਹੈ ਲਫ਼ਜ਼ ਇਹ। ਸੱਚ ਹੈ ਅਤੇ ਦੁਲਾਵਾਂ ਦਾ ਅਰਥ ਹੈ, ਇਹ ਐਵੇਂ ਨਹੀਂ ਹਨ। ਸੱਚੇ ਵਾਹਿਗੁਰੂ ਜੀ ਨੇ ਇਹ ਮੇਲ ਮਿਲਾਇਆ। ਥੋੜ੍ਹਾ ਜਿਹਾ ਬਾਣੀ ਦੇ ਉਚਾਰਨ ਦੀ ਸ਼ੁੱਧਤਾ ਦਾ ਆਪਾਂ ਖਿਆਲ ਕਰਿਆ ਸਕੀਏ, ਕਿਉਂਕਿ ਉਹਨਾਂ ਚਿਰ ਤੱਕ ਇਹਨੇ ਅੰਦਰ ਜਾ ਕੇ ਨਾ ਪ੍ਰਭਾਵ ਨਹੀਂ ਪਾਉਣਾ ਹੁੰਦਾ ਉਸ ਤਰ੍ਹਾਂ, ਜਿੰਨਾ ਚਿਰ ਤੱਕ ਸਪਸ਼ਟਤਾ ਨਾ ਆਵੇ। ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਆ ਸਾਨੂੰ, ਕਿਹਾ ਕੀ ਹੈ, ਗੱਲ ਸਮਝਾਈ ਕੀ ਹੈ, ਗੈਪ ਰਹਿ ਜਾਂਦਾ ਵਿੱਚ ਸਮਝਣ ਅਤੇ ਸਮਝਾਉਣ ਦੇ ਵਿੱਚ। ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਮਸਲਾ ਹੈ ਜਿਹਨੂੰ ਤੁਸੀਂ ਲੈ ਕੇ ਬੈਠੇ ਹੋ, ਅਤੇ ਇਹ ਮਸਲਾ ਅੱਜ ਬਹੁਤ ਬੁਰੀ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਪ੍ਰਵੇਸ਼ ਕਰ ਗਿਆ। ਮੈਨੂੰ ਯਾਦ ਆਉਂਦਾ ਸੱਚੇ ਪਾਤਸ਼ਾਹ ਹਜ਼ੂਰ ਦੀ ਬਾਣੀ ਵਿੱਚ ਬ੍ਰਹਮ ਗਿਆਨੀ ਬਾਬਾ ਸ਼ੇਖ ਫਰੀਦ ਜੀ ਦਾ ਬਚਨ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਅਤੇ ਮੈਂ ਸੋਚਦਾ ਸੀ ਕਿ ਬਾਬਾ ਜੀ ਨੇ ਜਦੋਂ ਇਹ ਬਚਨ ਕੀਤਾ ਤਾਂ ਕੁਛ ਨਾ ਕੁਛ ਤਾਂ ਉਹਨਾਂ ਨੇ ਦੇਖਿਆ ਹੋਏਗਾ ਨਾ ਆਪਣੇ ਆਲੇ ਦੁਆਲੇ। ਇਸ ਸਮਾਜ ਦੇ ਵਿੱਚ ਰਹਿੰਦੇ ਲੋਕਾਂ ਨੂੰ ਵਿਚਰਦਿਆਂ ਦੇਖਿਆ ਹੋਏਗਾ
ਤਾਂ ਉਹਨਾਂ ਨੂੰ ਦੁਖੀ ਬੇਚੈਨ ਨਜ਼ਰ ਆਏ ਹੋਣਗੇ ਸੰਸਾਰ ਦੇ ਲੋਕ। ਤਾਂ ਹੀ ਉਹਨਾਂ ਨੇ ਇਹ ਗੱਲ ਆਖੀ ਹੈ, ਵਧਾ ਚੜ੍ਹਾ ਕੇ ਤੇ ਆਖੀ ਨਹੀਂ, ਭਾਵੁਕ ਹੋ ਕੇ ਨਹੀਂ ਆਖੀ। ਉਹਨਾਂ ਨੂੰ ਇਹ ਸੱਚ ਨਜ਼ਰ ਆਇਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਵੀ ਇਹ ਨਜ਼ਰ ਆਇਆ ਹੈ, ਗੁਰੂ ਨਾਨਕ ਸਾਹਿਬ ਨੂੰ ਵੀ ਨਜ਼ਰ ਆਇਆ ਹੈ। ਜਦੋਂ ਮਹਾਰਾਜ ਕਹਿੰਦੇ ਹੈ ਦੁੱਖ ਕੀਆਂ ਪੰਡੀ ਬੰਨੀਆਂ ਵੱਜੀਆਂ, ਸੁਖੀ ਨਾ ਨਿਕਸਿਓ ਕੋਏ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਬਚਨ ਕਰਦੇ ਹੈ, ਚਿੰਤਤ ਹੀ ਦੀਸੈ ਸਭ ਕੋਏ। ਮੈਨੂੰ ਹਰ ਕੋਈ ਚਿੰਤਤ ਨਜ਼ਰ ਆ ਰਿਹਾ। ਕਹਿੰਦੇ ਕਾਰਨ ਤੇ ਹੋਣਗੇ ਨਾ ਚਿੰਤਿਤ ਹੋਣ ਦੇ, ਬੇਚੈਨ ਅਸ਼ਾਂਤ ਹੋਣ ਦੇ, ਭੈ ਭੀਤ ਹੋਣ ਦੇ, ਡਰੇ ਹੋਏ ਸਹਿਮੇ ਹੋਏ, ਬੋਝ ਥੱਲੇ ਜੀਵਨ ਜਿਉਂਦੇ ਆ, ਨੀਰਸਤਾ ਵਾਲਾ ਜੀਵਨ ਜਿਉਂਦੇ ਆ, ਜੂਨ ਭੋਗਣ ਵਾਲਾ ਜੀਵਨ ਜਿਉਂਦੇ ਆ। ਔਰ ਘੱਟ ਜਾਂ ਵੱਧ ਸਾਡੇ ਸਾਰੇ ਹੀ ਲੋਕਾਂ ਦੇ ਜੀਵਨ ਵਿੱਚ ਇਹ ਸੱਚ ਦੇਖਿਆ ਜਾ ਸਕਦਾ ਹੈ। ਇਹ ਜਿਹੜਾ ਮਸਲਾ ਹੈ ਨਾ, ਇਹ ਵੀ ਸਾਡੇ ਦੁੱਖਾਂ ਦਾ, ਸਾਡੀ ਬੇਚੈਨੀ ਦਾ, ਸਾਡੀ ਅਸ਼ਾਂਤੀ ਦਾ ਇੱਕ ਮੁੱਖ ਕਾਰਨ ਬਣਿਆ ਹੋਇਆ ਹੈ। ਗ੍ਰਸਤੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਦੁਸ਼ਵਾਰੀਆਂ ਭਰੀ ਹੈ। ਅਸੀਂ ਕਹਿ ਤੇ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਐਸਕੇਪਿਜ਼ਮ ਵੱਲ ਨਹੀਂ, ਭਗੌੜੇ ਹੋਣ ਲਈ ਨਹੀਂ, ਇਸ ਸੰਸਾਰ ਨੂੰ ਤਿਆਗ ਕੇ ਜੀਵਨ ਜਿਉਣ ਦੀ ਆਗਿਆ ਨਹੀਂ ਕੀਤੀ, ਸੰਸਾਰ ਵਿੱਚ ਰਹਿ ਕੇ ਜੀਵਨ ਜਿਉਣ ਦੀ ਆਗਿਆ ਕੀਤੀ ਹੈ ਵੀ ਇੱਥੇ ਰਹੋ, ਪ੍ਰਵਿਰਤੀ ਮਾਰਗ ਦੇ ਵਿੱਚ ਰਹੋ। ਪਰ ਇਹ ਵੀ ਸੱਚ ਹੈ ਕਿ ਪ੍ਰਵਿਰਤੀ ਮਾਰਗ ਦੇ ਵਿੱਚ ਰਹਿੰਦਿਆਂ, ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਏਗਾ। ਬਿਖਮਤਾਵਾਂ ਆਉਣੀਆਂ ਨੇ, ਔਕੜਾਂ ਆਉਣੀਆਂ ਨੇ, ਮੁਸ਼ਕਲਾਂ ਆਉਣੀਆਂ ਨੇ, ਭਾਵੇਂ ਮੈਂ ਹਾਂ ਤੇ ਭਾਵੇਂ ਤੁਸੀਂ ਹੋ, ਭਾਵੇਂ ਗੁਰੂ ਸਾਹਿਬਾਨ ਦੇ ਆਪਣੇ ਪਰਿਵਾਰ ਨੇ। ਗ੍ਰਸਤੀ ਜੀਵਨ ਦੇ ਵਿੱਚ ਜਦੋਂ ਵੀ ਅਸੀਂ ਵਿਚਰਾਂਗੇ, ਸੰਸਾਰ ਵਿੱਚ ਵਿਚਰਾਂਗੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਜ਼ ਕਿਸੇ ਨਾ ਕਿਸੇ ਔਕੜ ਦਾ, ਕਿਸੇ ਨਾ ਕਿਸੇ ਮੁਸ਼ਕਲ ਦਾ, ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪਏਗਾ। ਕਿਸੇ ਵੇਲੇ ਮੇਰੀਆਂ ਆਪਣੀਆਂ ਕਮਜ਼ੋਰੀਆਂ ਕਰਕੇ, ਮੇਰੀਆਂ ਆਪਣੀਆਂ ਨਾਸਮਝੀਆਂ ਕਰਕੇ, ਮੇਰੇ ਆਪਣੇ ਅਵੇਸਲੇਪਣ ਕਰਕੇ, ਮੇਰੇ ਬੇਧਿਆਨੇਪਣ ਕਰਕੇ, ਮੇਰੀਆਂ ਊਣਤਾਈਆਂ ਕਰਕੇ, ਕਿਸੇ ਵੇਲੇ ਦੂਜੇ ਦੀਆਂ ਜਿਹਦੇ ਨਾਲ ਮੇਰਾ ਵਾਹ ਪਿਆ ਹੈ। ਕਿਸੇ ਵੇਲੇ ਮੈਂ ਆਪਣੀਆਂ ਬੇਵਕੂਫੀਆਂ ਕਰਕੇ ਦੂਜਿਆਂ ਨੂੰ ਨਾਰਾਜ਼ ਕਰ ਲੈਣਾ, ਦੂਜਿਆਂ ਨੂੰ ਦੁਖੀ ਕਰਦਾ, ਦੂਜਿਆਂ ਨੂੰ ਬੇਚੈਨ ਅਸ਼ਾਂਤ ਕਰਦਾ। ਕਿਸੇ ਵੇਲੇ ਮੈਂ ਦੂਜਿਆਂ ਦੀਆਂ ਗਲਤੀਆਂ, ਕਮਜ਼ੋਰੀਆਂ ਨਾ ਸਮਝੀਆਂ ਕਰਕੇ ਦੁਖੀ ਬੇਚੈਨ ਹੋਣਾ। ਇਹ ਚਿੰਤਤ ਹੀ ਦੀਸੈ ਸਭ ਕੋਏ ਦਾ ਜਿਹੜਾ ਸੱਚ ਹੈ ਨਾ, ਉਹ ਬੜਾ ਵਿਸ਼ਵ ਵਿਆਪੀ ਹੈ। ਤੇ ਇਹਦੇ ਵਿੱਚ ਸਾਰੇ ਹੀ ਮਹਾਰਾਜ ਕਹਿੰਦੇ ਘੱਟ ਜਾਂ ਵੱਧ ਇਨਵੋਲਵ ਨੇ, ਸ਼ਾਮਲ ਨੇ ਇਹਦੇ ਵਿੱਚ। ਜਿਸ ਦਿਨ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਵਿੱਚ ਇਹ ਜਿਹੜਾ ਬਚਨ ਮਹਾਰਾਜ ਨੇ ਉਚਾਰਨ ਕੀਤਾ ਹੈ ਨਾ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ, ਤਿੰਨ ਸੰਗ ਝਗਰਤ ਪਾਪ। ਤਾਂ ਮਸਲਾ ਤੇ ਘਰ ਵਿੱਚ ਵੀ ਹੈਗਾ। ਵੱਡਾ ਭਰਾ, ਵੱਡਾ ਪੁੱਤਰ ਹੈ ਸੱਚੇ ਪਾਤਸ਼ਾਹ ਹਜ਼ੂਰ ਦਾ, ਪ੍ਰਿਥੀ ਚੰਦ, ਤੇ ਦੋ ਪੁੱਤਰ ਹੋਰ ਨੇ, ਬਾਬਾ ਮਹਾਦੇਵ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਤੇ ਪ੍ਰਿਥੀ ਚੰਦ ਅਖੜ ਸੁਭਾਅ ਦਾ, ਕ੍ਰੋਧੀ, ਹੰਕਾਰੀ, ਖੁਦਗਰਜ਼ੀ ਵਾਲੀ ਬਿਰਤੀ ਦਾ ਮਾਲਕ ਹੈ। ਪਾਤਸ਼ਾਹ ਤੇ ਸਮਝਾਉਂਦੇ ਨੇ ਸਮੱਸਿਆ ਹੈ। ਮੈਂ ਅੱਜ ਬਹੁਤੀ ਗੱਲ ਨਹੀਂ ਕਰਨੀ, ਸੰਖੇਪ ਜਿਹੇ ਇਸ਼ਾਰੇ ਆਉਣ ਵਾਲੇ ਦਿਨਾਂ 'ਚ ਮਹਾਰਾਜ ਕਿਰਪਾ ਕਰਨ, ਜੇ ਸਵਾਸ ਸਮਰੱਥਾ ਬਖਸ਼ਣਗੇ ਮਿਲ ਬੈਠਾਂਗੇ ਫਿਰ। ਪਰ ਮੈਂ ਇਹ ਬੇਨਤੀ ਕਰਾਂ, ਇਹਨੂੰ ਇੱਕ ਪਾਸੜ ਨਾ ਬਣਾਓ। ਇਹੋ ਜਿਹੇ ਇਕੱਠਾਂ ਨੂੰ ਨਾ, ਸਤਸੰਗਾਂ ਨੂੰ, ਜਿਹਨੂੰ ਸੈਮੀਨਾਰ ਰੂਪ ਦੇ ਵਿੱਚ ਤੁਸੀਂ ਕਰ ਰਹੇ ਹੋ, ਇਹਨੂੰ ਵਨ ਵੇ ਟ੍ਰੈਫਿਕ ਵਾਂਗ ਨਾ ਕਰੋ। ਜਿੰਨਾ ਚਿਰ ਤੱਕ ਤੁਹਾਡੇ ਕੋਲ ਵੇਦਨਾਵਾਂ ਨਹੀਂ ਆਉਣਗੀਆਂ। ਮੈਨੂੰ ਹੁਣ ਇੱਥੇ ਭੈਣ ਜੀ ਨਰਿੰਦਰ ਕੌਰ ਦੱਸ ਰਹੇ ਸੀਗੇ ਕਿ ਮਨੀਸ਼ਾ ਗੁਲਾਟੀ ਜੀ ਐਡਵੋਕੇਟ, ਤੇ ਉਹਨਾਂ ਦੇ ਨਾਲ ਹੋਰ ਰੋਜ਼ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦਾ ਕਾਨੂੰਨੀ ਪੱਖ ਲੈਣਾ ਪੈਂਦਾ ਹੈ, ਤੇ ਉਹਨਾਂ ਕੋਲ ਰੋਜ਼ ਮਸਲੇ ਆਉਂਦੇ ਨੇ। ਇਹ ਕਿਉਂ ਆਉਂਦੇ ਨੇ? ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ, ਇਹ ਮਸਲਾ ਮਨੁੱਖੀ ਮਨ ਨਾਲ ਜੁੜਿਆ ਹੋਇਆ ਮਸਲਾ ਹੈ।
ਸਾਡੇ ਅੰਦਰ ਦੀਆਂ ਮਨੋਬਿਰਤੀਆਂ ਨਾਲ ਜੁੜਿਆ ਹੋਇਆ ਮਸਲਾ ਹੈ। ਸਾਨੂੰ ਪਹਿਲਾਂ ਖੁਦ ਨੂੰ ਹੀ ਆਪਣੇ ਆਪ ਦੀ ਪੜਚੋਲ ਕਰਨ ਦੀ ਆਦਤ ਨਹੀਂ ਹੈ। ਸਾਨੂੰ ਖੁਦ ਹੀ ਆਤਮ ਚਿੰਤਨ ਕਰਨ ਦੀ ਆਦਤ ਨਹੀਂ ਹੈ। ਸਾਨੂੰ ਖੁਦ ਹੀ ਗੁਰੂ ਨਾਲ ਬੈਠ ਕੇ, ਮੈਂ ਜਦੋਂ ਮਨੁੱਖ ਤੋਂ ਸਿੱਖ ਬਣਨ ਦੀ ਗੱਲ ਕਰਦਾ ਤੇ ਆਪਣੇ ਗੁਰੂ ਨੂੰ ਪੁੱਛਦਾ ਨਹੀਂ ਹਾਂ ਮੈਂ ਕਿ ਸੱਚੇ ਪਾਤਸ਼ਾਹ, ਮੈਂ ਦੁਨੀਆ ਦੀ ਭੀੜ ਚੋਂ ਨਿਕਲ ਕੇ ਆਪਣੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ, ਆਪਣੇ ਜ਼ਿੰਦਗੀ ਦੇ ਦੁੱਖਾਂ ਨੂੰ, ਆਪਣੇ ਜ਼ਿੰਦਗੀ ਦੇ ਡਰ ਸਹਿਮ ਨੂੰ ਦੂਰ ਕਰਨ ਦੇ ਲਈ ਆਪਣੀ ਸਮਝ ਸਮਰੱਥਾ ਨਾਲ ਮੈਂ ਸਮਰੱਥ ਨਹੀਂ ਹੋਇਆ ਤੇ ਹੁਣ ਮੈਂ ਤੁਹਾਡੇ ਕੋਲ ਚੱਲ ਕੇ ਆਇਆ। ਮੈਨੂੰ ਦੱਸਿਆ ਗਿਆ ਕਿ ਤੁਸੀਂ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਬਣਾਉਣਾ ਦੱਸਦੇ ਹੋ ਕਿ ਕਿਵੇਂ ਮੇਰਾ ਲੋਕ ਸੁਖੀਆ ਹੋਵੇ, ਮੈਂ ਕਿਵੇਂ ਇਸ ਸੰਸਾਰ ਦੇ ਵਿੱਚ ਜਿਉਂਦਿਆਂ ਸੁੱਖ ਦੇ ਨਾਲ, ਆਨੰਦ ਨਾਲ ਜੀਵਨ ਜਿਊਆਂ। ਤੁਹਾਡੇ ਕੋਲ ਇਹ ਸਮਝ ਸਮਰੱਥਾ ਹੈਗੀ ਹੈ ਤੇ ਮੈਂ ਤੁਹਾਡੇ ਕੋਲ ਚੱਲ ਕੇ ਆਇਆ। ਮੈਨੂੰ ਦੱਸੋ ਕਿ ਮੇਰੇ ਜੀਵਨ ਦੀਆਂ ਇਹਨਾਂ ਦੁਸ਼ਵਾਰੀਆਂ ਦਾ, ਇਹਨਾਂ ਔਕੜਾਂ ਦਾ, ਇਹਨਾਂ ਸਮੱਸਿਆਵਾਂ ਦਾ ਕੀ ਹੱਲ ਹੈ। ਮੈਂ ਖੁਦ ਆਪਣੇ ਗੁਰੂ ਦੇ ਨਾਲ ਬੈਠ ਕੇ ਕੋਈ 5, 10, 15 ਮਿੰਟ ਰੋਜ਼ ਗੱਲਾਂ ਨਹੀਂ ਕਰਦਾ, ਗੱਲਾਂ ਨਹੀਂ ਕਰਦੀ, ਆਤਮ ਚਿੰਤਨ ਨਹੀਂ ਕਰਦੀ, ਮੈਂ ਸਵੈ ਪੜਚੋਲ ਨਹੀਂ ਕਰਦਾ। ਮੈਂ ਭਾਵੇਂ ਉਹ ਇਸਤਰੀ ਰੂਪ ਵਿੱਚ ਹਾਂ ਤੇ ਭਾਵੇਂ ਮੈਂ ਪੁਰਸ਼ ਰੂਪ ਦੇ ਵਿੱਚ ਹਾਂ। ਇਹ ਤੇ ਸਰੀਰ ਰੂਪੀ ਭਾਂਡਿਆਂ ਦਾ ਵੱਖਰੇਵਾ, ਇਹ ਤੇ ਵੱਖਰੀ ਗੱਲ ਹੈ ਬਾਅਦ ਦੀ ਵਿੱਚ। ਰੂਹ ਕਰਕੇ ਤੇ ਅਸੀਂ ਇਹਨਾਂ ਸਰੀਰ ਰੂਪੀ ਭਾਂਡਿਆਂ ਵਿੱਚ ਜਦੋਂ ਆਏ ਹਾਂ ਤੇ ਸਰੀਰਾਂ ਨੇ ਸਿੱਖ ਨਹੀਂ ਬਣਨਾ। ਸਿੱਖ ਤੇ ਸਾਡੇ ਮਨ ਨੇ ਬਣਨਾ, ਸਾਡੀ ਮੱਤ ਨੇ ਬਣਨਾ। ਤੇ ਸਾਡੇ ਮਨ ਨੇ ਤੇ ਸਾਡੀ ਮੱਤ ਨੇ ਕਿੱਥੇ ਖੜਨਾ ਚਾਹੀਦਾ ਸੀ ਤੇ ਕਿੱਥੇ ਖੜੇ ਨੇ। ਕਿੰਨਾ ਕੁ ਅਸੀਂ ਰੋਜ਼ 5-10 ਮਿੰਟ ਇਸ ਗੱਲ ਲਈ ਆਤਮ ਚਿੰਤਨ ਕਰਦੇ ਹਾਂ ਇਕੱਲੇ ਬੈਠ ਕੇ। ਇਹ ਜਿਹੜੀਆਂ ਸਮੱਸਿਆਵਾਂ ਨੇ, ਇਹ ਜਿਹੜੀਆਂ ਵਿਖਮਤਾਵਾਂ ਨੇ, ਜਿਹੜੇ ਮਸਲੇ ਨੇ ਸਾਡੇ ਘਰਾਂ ਦੇ ਵਿੱਚ, ਇਹਦੇ ਵਿੱਚ ਮੈਂ ਕਿੰਨਾ ਕੁ ਜ਼ਿੰਮੇਵਾਰ ਹਾਂ। ਮੇਰਾ ਸੁਭਾਅ, ਮੇਰੀਆਂ ਕਮਜ਼ੋਰੀਆਂ, ਮੇਰੇ ਆਪਣੇ ਅੰਦਰ ਦਾ ਅਵੇਸਲਾਪਣ, ਲਾਪਰਵਾਹੀਆਂ, ਇਹ ਕਿੰਨੀਆਂ ਕੁ ਜ਼ਿੰਮੇਵਾਰ ਨੇ। ਇੰਨੀ ਤਾਕਤ ਮੇਰੇ ਵਿੱਚ ਨਹੀਂ ਹੈ। ਇਸ ਪੱਖੋਂ ਮੈਂ ਕਮਜ਼ੋਰ ਹਾਂ ਕਿ ਮੈਂ ਖੁਦ ਆਪਣੀਆਂ ਊਣਤਾਈਆਂ ਨੂੰ, ਆਪਣੀਆਂ ਕਮਜ਼ੋਰੀਆਂ ਨੂੰ ਪ੍ਰਵਾਨ ਕਰਨ ਵਾਸਤੇ ਤਿਆਰ ਨਹੀਂ ਹਾਂ। ਅੱਜ ਇੱਥੇ ਮੈਂ ਦੇਖ ਰਿਹਾ ਬੱਚੇ ਹੈ ਨਹੀਂ, ਨੌਜਵਾਨ ਬੱਚੇ ਬੱਚੀਆਂ ਹੈ ਨਹੀਂ। ਤੁਸੀਂ ਬੈਠੇ ਹੋ, ਇਹ ਵਿਦਿਆਰਥੀ ਬੱਚੇ ਬੈਠੇ ਨੇ। ਚਾਹੀਦਾ ਇਹ ਹੈ, ਅਸੀਂ ਤੇ ਆਪਣੀ ਜ਼ਿੰਦਗੀ ਲਗਭਗ ਹੰਢਾ ਲਈ, ਪਰ ਜਿਨ੍ਹਾਂ ਬੱਚਿਆਂ ਦੇ ਸੰਬੰਧ ਵਿੱਚ ਅਸੀਂ ਇਹ ਗੱਲਾਂ ਕਰ ਰਹੇ ਹਾਂ, ਉਹ ਬੱਚੇ ਕਿੱਥੇ ਨੇ? ਸਮੱਸਿਆ ਤੇ ਉਹਨਾਂ ਦੀ ਹੈ। ਅੱਜ ਤੁਸੀਂ ਸ਼ਿਕਾਇਤ ਕਰ, ਮੇਰਾ ਅਜ਼ੀਜ਼ ਬੱਚਾ, ਵਿਦਿਆਰਥੀ, ਨੌਜਵਾਨ ਡਾਕਟਰ ਮਨਪ੍ਰੀਤ ਸਿੰਘ ਹੋ ਰਹੀ, ਇਹ ਤੇ ਮੈਨੂੰ ਬਹੁਤ ਬਹੁਤ ਜ਼ਿਆਦਾ ਮਾਣ, ਮੇਰੇ ਤੋਂ ਬਹੁਤ ਅੱਗੇ ਗੁਰੂ ਨੇ ਇਹਨਾਂ ਨੂੰ ਦਾਤ ਦੇ ਦਿੱਤੀ ਬਾਣੀ ਦੀ, ਕਥਾ ਵਿਚਾਰ ਦੀ। ਗੱਲ ਕਰ ਰਹੇ ਸੀ, ਨੌਜਵਾਨ ਬੱਚੇ ਬੱਚੀਆਂ ਗੱਲ ਨਹੀਂ ਸੁਣਦੇ। ਮੈਂ ਡਾਕਟਰ ਮਨਪ੍ਰੀਤ ਸਿੰਘ ਨੂੰ ਇਹ ਪੁੱਛਣਾ ਚਾਹੁੰਦਾ, ਗੁਰੂ ਦੀ ਹਜ਼ੂਰੀ 'ਚ ਬੈਠੇ ਹੋ, ਤੁਸੀਂ ਮੇਰੀਆਂ ਗੱਲਾਂ ਨਹੀਂ ਸੁਣੀਆਂ? ਜਿਹਨੇ 5 ਸਾਲ ਮੇਰੇ ਕੋਲ 4.5 ਸਾਲ ਰਹੇ ਹੋ, ਕੀ ਤੁਸੀਂ ਮੇਰੀਆਂ ਗੱਲਾਂ ਨਹੀਂ ਸੁਣੀਆਂ ਕਦੇ? ਆਪਣੇ ਮਾਂ ਪਿਓ ਦੀਆਂ ਗੱਲਾਂ ਨਹੀਂ ਸੁਣੀਆਂ? 4.5 ਸਾਲ ਮੇਰੇ ਕੋਲ ਬੈਠ ਕੇ ਸੁਣੀਆਂ ਨਾ। ਉੱਥੇ BA ਕੀਤੀ, ਉੱਥੇ MA ਕੀਤੀ, ਤੁਸੀਂ ਉੱਥੇ ਹੀ PhD ਦੀ ਤਿਆਰੀ ਕੀਤੀ। ਗੁਰੂ ਦੀ ਬਖਸ਼ਿਸ਼ ਨਾਲ ਤੁਸੀਂ ਸੰਗਤ ਦੀਆਂ ਅਸੀਸਾਂ, ਮਾਣ ਪਿਆਰ ਲੈ ਰਹੇ ਹੋ। ਕੀ ਤੁਹਾਡੇ ਮਾਤਾ ਪਿਤਾ ਨੇ ਜਦੋਂ ਤੁਹਾਨੂੰ ਪ੍ਰੇਰ ਕੇ ਮੇਰੇ ਕੋਲ ਲਿਆਉਣ ਲਈ ਗੱਲ ਕੀਤੀ, ਤੁਸੀਂ ਮਾਂ ਪਿਓ ਦੀ ਗੱਲ ਨਹੀਂ ਸੁਣੀ? ਮੇਰੇ ਕੋਲ ਰਹਿ ਕੇ ਮੇਰੀਆਂ ਗੱਲਾਂ ਨਹੀਂ ਸੁਣੀ? ਰੱਜ ਕੇ ਤੁਸੀਂ ਸ਼ਰਾਰਤਾਂ ਕੀਤੀਆਂ, ਮੇਰੇ ਕੋਲ ਰਹਿ ਕੇ ਵੀ ਕੀਤੀਆਂ, ਝਿੜਕਾਂ ਵੀ ਖਾਧੀਆਂ, ਕਈ ਕੁਛ ਹੋਇਆ, ਪਰ ਉਹਦੇ ਬਾਵਜੂਦ ਮੇਰੀਆਂ ਗੱਲਾਂ ਨਹੀਂ ਸੁਣੀਆਂ ਤੁਸੀਂ। 45 ਮਿੰਟ ਦਾ ਪੀਰੀਅਡ ਤੁਸੀਂ ਪੜ੍ਹਾਉਂਦੇ ਰਹੇ ਹੋ ਯੂਨੀਵਰਸਿਟੀਆਂ 'ਚ, ਮੈਂ ਤਾਂ 45 ਮਿੰਟ ਵੀ ਨਹੀਂ ਕਦੀ ਪੜ੍ਹਾਇਆ ਤੁਹਾਨੂੰ। ਮੈਂ ਤਾਂ 2-2 ਘੰਟੇ, 2.5 ਘੰਟੇ ਵੀ ਪੜ੍ਹਾਉਂਦਾ ਰਿਹਾ।
ਤੁਸੀਂ ਵੀ ਰੋਂਦੇ ਹੁੰਦੇ ਸੀ, ਮੈਂ ਵੀ ਰੋਂਦਾ ਹੁੰਦਾ ਸੀ ਗੁਰੂ ਦੀਆਂ ਬਾਤਾਂ ਪਾ ਕੇ, ਗੁਰਬਾਣੀ ਦੀਆਂ ਗੱਲਾਂ ਕਰਕੇ। ਰਾਤ ਦੇ 11 12 ਵੱਜ ਜਾਂਦੇ ਹੁੰਦੇ ਸੀ ਪੜਾਉਣ। ਕੀ ਇਹ ਸੱਚ ਨਹੀਂ? ਨੌਜਵਾਨ ਬੱਚੇ ਬੱਚੀਆਂ ਗੱਲ ਸੁਣਨੀ ਚਾਹੁੰਦੇ ਨੇ ਤੁਹਾਡੀ। ਸੁਣਾਉਣ ਵਾਸਤੇ ਸਾਡੇ ਕੋਲ ਕੀ ਹੈ? ਅੱਜ ਦੀ ਪਤੀ ਪਤਨੀ ਕੋਲ, ਸਿੱਖ ਪਤੀ ਪਤਨੀ ਕੋਲ ਕੀ ਹੈ ਸੁਣਾਉਣ ਵਾਸਤੇ? ਅੱਜ ਦੇ ਸਿੱਖ ਮਾਂ ਪਿਓ ਕੋਲ ਕੀ ਹੈ ਸੁਣਾਉਣ ਵਾਸਤੇ? ਕਦੀ ਭਲਿਓ ਇਹਦਾ ਵੀ ਆਤਮ ਚਿੰਤਨ ਕਰ ਲਓ। ਗੁਰੂ ਸਵਾਰੇ ਡਾਕਟਰ ਭਗਵਾਨ ਸਿੰਘ ਹੋਰੀ ਇਤਿਹਾਸ ਦੀਆਂ ਸਾਖੀਆਂ ਬਹੁਤ ਸੁਚੱਜੇ ਤਰੀਕੇ ਨਾਲ ਸੁਣਾ ਰਹੇ ਸੀ। ਮੁਬਾਰਕ ਹੈ। ਉਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਸਾਡੇ ਲਈ ਪ੍ਰੇਰਨਾ ਸਰੋਤ ਨੇ। ਸੁਣਾਓ, ਜਮ ਸੁਣਾਓ, ਰੱਜ ਸੁਣਾਓ। ਪਰ ਇਹਨਾਂ ਨੌਜਵਾਨ ਬੱਚਿਆਂ ਦੀਆਂ ਕਦੀ ਸਮੱਸਿਆਵਾਂ ਤੇ ਸੁਣੋ ਬੈਠ ਕੇ। ਜ਼ਿੰਦਗੀ ਦੇ ਤਕਰੀਬਨ 45 ਸਾਲ ਅਧਿਆਪਕ ਦੇ ਤੌਰ ਤੇ ਮੈਂ ਵਿਚਰਿਆ ਬੱਚਿਆਂ ਦੇ ਵਿੱਚ। ਅੱਜ ਵੀ ਗੁਰੂ ਨੇ ਸੇਵਾਵਾਂ ਇਹੀ ਲਾਈਆਂ ਹੋਈਆਂ ਨੇ। 55 ਸਾਲ ਦੇ ਕਰੀਬ ਬਤੌਰ ਮਿਸ਼ਨਰੀ ਗੁਰੂ ਘਰ ਦੇ ਚੌਰ ਬਰਦਾਰ ਦੇ ਨਾਤੇ, ਗੁਰੂ ਦੇ ਸੇਵਾਦਾਰ ਦੇ ਨਾਤੇ ਜ਼ਿੰਦਗੀ ਦਾ ਸਮਾਂ ਮੇਰਾ ਬਤੀਤ ਹੋਇਆ। ਬਹੁਤ ਸਾਰੇ ਜ਼ਖਮ ਨੇ। ਮੈਂ ਮਹਾਰਾਜ ਦੀ ਹਜ਼ੂਰੀ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੇ ਮੇਰੇ ਮਨ ਤੇ ਲੱਗੇ ਹੋਏ ਨੇ। ਮਸਲੇ ਉਹ ਨੇ, ਅਸੀਂ ਕਹਿੰਦੇ ਹਾਂ ਸੱਚ ਹੈ ਮੇਲ ਮਿਲਾਏ। ਇਹ ਸੰਜੋਗ ਵਾਹਿਗੁਰੂ ਜੀ ਨੇ ਸਾਡੇ ਮਿਲਾਤੇ। ਪਤੀ ਪਤਨੀ ਅਸੀਂ ਪੂਰਬਲੇ ਸੰਜੋਗਾਂ ਨਾਲ ਬਣ ਗਏ, ਪਰ ਸਿੱਖ ਪਤੀ ਪਤਨੀ ਕਿਹਨੇ ਬਣਾਉਣਾ ਸੀਗਾ? ਉਹ ਤੇ ਸਾਡੀ ਆਪਣੀ ਕਮਾਈ ਸੀ। ਧਰਮੀ ਪਤੀ ਪਤਨੀ ਕਿਹਨੇ ਬਣਨਾ ਸੀ? ਧਰਮੀ ਮਾਂ ਪਿਓ ਸਰੀਰਕ ਸੰਜੋਗਾਂ ਦੇ ਰਾਹੀਂ ਵਾਹਿਗੁਰੂ ਜੀ ਨੇ ਬਣਾਤੇ, ਬੱਚੇ ਆ ਗਏ ਘਰ 'ਚ। ਪਰ ਧਰਮੀ ਮਾਂ ਪਿਓ ਕਿਹਨੇ ਬਣਨਾ ਸੀ? ਸਿੱਖ ਮਾਂ ਪਿਓ ਕਿਹਨੇ ਬਣਨਾ ਸੀ? ਕਿੰਨਾ ਕੁ ਚਿਰ ਅਸੀਂ ਆਪਣੇ ਘਰਾਂ ਦੇ ਵਿੱਚ 5-5 10-10 ਮਿੰਟ ਸਿੱਖ ਪਤੀ ਪਤਨੀ ਦੇ ਤੌਰ ਤੇ ਬੈਠਦੇ ਹਾਂ, ਸਿੱਖ ਮਾਂ ਪਿਓ ਦੇ ਤੌਰ ਤੇ ਬੱਚਿਆਂ ਦੇ ਕੋਲ ਬੈਠਦੇ ਹਾਂ। ਮੈਨੂੰ ਕਹਿ ਲੈਣ ਦਿਓ ਗੱਲ ਇਹ, ਅਸੀਂ ਮਾਂ ਪਿਓ ਨਹੀਂ ਰਹੇ ਅੱਜ ਕੱਲ੍ਹ। ਬੌਸ ਬਣ ਗਏ, ਮਾਲਕ ਬਣ ਗਏ ਬੱਚਿਆਂ ਦੇ। ਧੱਕੇ ਨਾਲ ਅਸੀਂ ਉਹ ਗੱਲ ਬੱਚਿਆਂ ਕੋਲੋਂ ਮਨਵਾਉਣੀ ਚਾਹੁੰਦੇ ਹਾਂ ਜਿਹੜੀ ਬੱਚਿਆਂ ਨੂੰ ਚੰਗੀ ਲੱਗੇ ਜਾਂ ਨਾ ਲੱਗੇ। ਮੈਨੂੰ ਚੰਗੀ ਲੱਗਦੀ ਹੈ, ਇਸ ਕਰਕੇ ਮੈਂ ਮਨਵਾਉਣੀ ਹੈ। ਇਹ ਗੱਲਾਂ ਬਾਣੀ ਦੀ ਰੌਸ਼ਨੀ ਵਿੱਚ ਜੇ ਬੈਠ ਕੇ ਕਰਨੀਆਂ ਤੇ ਸਿੱਖ ਮਾਂ ਪਿਓ ਬਣ ਕੇ ਸਿੱਖ ਪਤੀ ਪਤਨੀ ਦੇ ਤੌਰ ਤੇ ਕਰੋ। ਜਿਨ੍ਹਾਂ ਦੀਆਂ ਗੱਲਾਂ ਭਾਈ ਭਗਵਾਨ ਸਿੰਘ ਹੋਰੀ ਸੁਣਾ ਰਹੇ ਸੀ, ਉਹਨਾਂ ਨੇ ਸਿੱਖ ਬਣਨਾ ਸਿੱਖਿਆ, ਫਿਰ ਸਿੱਖ ਪਤੀ ਪਤਨੀ ਬਣਨਾ ਸਿੱਖਿਆ, ਫਿਰ ਸਿੱਖ ਮਾਂ ਪਿਓ ਬਣਨਾ ਸਿੱਖਿਆ। ਜਿਹੜੇ ਨਹੀਂ ਸਿੱਖ ਸਕੇ ਉਹ ਬਾਬਾ ਪ੍ਰਿਥੀ ਚੰਦ ਵਾਂਗ ਸਖਣੇ ਰਹਿ ਗਏ, ਖਾਲੀ ਭਾਂਡੇ ਰਹਿ ਗਏ। ਧੀਰਮਲ ਵਾਂਗ ਖਾਲੀ ਭਾਂਡੇ ਰਹਿ ਗਏ। ਉਹ ਗੁਰੂ ਘਰ ਦੇ ਵਿੱਚ ਜਨਮ ਲੈ ਕੇ ਵੀ ਗੁਰੂ ਦੇ ਸਿੱਖ ਬਣਨੋਂ ਸਖਣੇ ਰਹਿ ਕੇ ਬਖਸ਼ਿਸ਼ਾਂ ਦੇ ਪੱਖੋਂ ਸਖਣੇ ਰਹਿ ਗਏ। ਔਰ ਅਸੀਂ ਵੀ ਉਸੇ ਕੈਟਾਗਰੀ ਵਿੱਚ ਕਦੀ ਫੈਸਲਾ ਦੇ ਕਰੀਏ ਆਪਣੇ ਆਪ ਨਾਲ ਬੈਠ ਕੇ ਕਿ ਪ੍ਰਿਥੀ ਚੰਦ ਦੀ ਸ਼੍ਰੇਣੀ ਵਿੱਚ ਅਸੀਂ ਆਪਣੇ ਆਪ ਨੂੰ ਰੱਖਣਾ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼੍ਰੇਣੀ ਵਿੱਚ ਰੱਖਣਾ। ਇੱਦਾਂ ਨਾ ਕਰੀਏ। ਗੱਲਾਂ ਸੁਣਾਉਣ ਤੱਕ ਸੀਮਤ ਨਾ ਕਰੋ। ਸਮੱਸਿਆਵਾਂ ਨੇ ਬੱਚਿਆਂ ਦੀਆਂ। ਤੁਸੀਂ ਦੇਖੋ 2 ਲਫ਼ਜ਼ ਪ੍ਰਚਲਿਤ ਨੇ ਸਾਡੇ ਵਿੱਚ, ਡਾਈਵੋਰਸ ਤੇ ਤਲਾਕ। ਇਹੀ ਨੇ ਨਾ ਜੀ, ਅਸੀਂ ਘਰਾਂ ਜਿਹੜੇ ਸੁਣਦੇ ਹਾਂ, ਇੱਕ ਡਾਈਵੋਰਸ ਹੈ, ਇੱਕ ਤਲਾਕ ਹੈ। ਡਾਈਵੋਰਸ ਅੰਗਰੇਜ਼ੀ ਦਾ ਹੈ, ਕ੍ਰਿਸਚੈਨਿਟੀ 'ਚੋਂ ਆਇਆ, ਅਤੇ ਤਲਾਕ ਜਿਹੜਾ ਹੈ ਉਹ ਇਸਲਾਮ ਦੇ ਵਿੱਚੋਂ ਆਇਆ। ਸਿੱਖੀ ਦੇ ਵਿੱਚ ਇਸ ਸੰਬੰਧ ਵਿੱਚ ਕਿਹੜਾ ਲਫ਼ਜ਼ ਹੈ ਜੀ? ਬੈਠੇ ਹੋ ਸਾਰੇ ਤੁਸੀਂ। ਘੱਟੋ ਘੱਟ ਮੈਂ ਤੇ ਨਹੀਂ ਜਾਣਦਾ ਕਿ ਸਿੱਖੀ ਦੇ ਵਿੱਚ ਇਹਦੇ ਵਾਸਤੇ ਕੋਈ ਲਫ਼ਜ਼ ਹੋਵੇ। ਕਿਉਂ ਜੀ? ਕੋਈ ਹੈ ਲਫ਼ਜ਼ ਜੀ?
ਇਹਦਾ ਮਤਲਬ ਕਨਸੈਪਟ ਹੀ ਹੈ ਨਹੀਂ, ਸਾਡੇ 'ਚ ਸੰਕਲਪ ਹੀ ਹੈ ਨਹੀਂ, ਲਫ਼ਜ਼ ਕਿੱਥੋਂ ਆਉਣਾ ਸੀਗਾ? ਇੱਥੋਂ ਤੱਕ ਕਿ ਸਾਡੀ ਜਿਹੜੀ ਰਿਸ਼ੀ ਪਰੰਪਰਾ ਹੈ ਨਾ ਭਾਰਤੀ ਸੱਭਿਆਚਾਰ ਦੀ, ਉਹਦੇ ਵਿੱਚ ਵੀ ਕੋਈ ਲਫ਼ਜ਼ ਨਹੀਂ ਹੈਗਾ, ਕਿਉਂਕਿ ਸਾਡੀ ਰਿਸ਼ੀ ਪਰੰਪਰਾ ਦੇ ਵਿੱਚ, ਭਾਰਤੀ ਪਰੰਪਰਾ ਦੇ ਵਿੱਚ ਇਹ ਇਸ ਤਰ੍ਹਾਂ ਦੇ ਵਿਛੋੜਿਆਂ ਦਾ ਕੋਈ ਸੰਕਲਪ ਹੀ ਹੈ ਨਹੀਂ। ਅਸੀਂ ਤੇ ਆਖਰੀ ਸਵਾਸ ਤੱਕ ਨਿਭਣ ਵਾਸਤੇ ਸੱਚ ਹੈ ਮੇਲ ਮਿਲਾਏ, ਇਹ ਜਿਹੜਾ ਸ਼ਬਦ ਹੈ ਨਾ ਅਸਲ ਵਿੱਚ ਇਹ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਰੂਹ ਦਾ ਮੇਲ ਮਿਲਾਪ, ਉਹਦੇ ਨਾਲ ਸੰਬੰਧਿਤ ਹੈ। ਇਹ ਅਸੀਂ ਆਪਣੇ ਸਮਾਜਿਕ ਜੀਵਨ ਨਾਲ, ਪਰਿਵਾਰਕ ਜੀਵਨ ਨਾਲ ਜੋੜ ਕੇ ਦੇਖ ਰਹੇ ਹਾਂ, ਉਹ ਇੱਕ ਵੱਖਰੀ ਗੱਲ ਹੈ। ਪਰ ਇਹ ਹਮ ਘਰ ਸਾਜਨ ਆਏ, ਸੱਚ ਹੈ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਪਾਏ, ਪੰਜ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜੀ ਸੇਤੀ ਮਨ ਲਾਇਆ। ਇਹ ਅਣਦਿਨ ਮੇਲ ਭਇਆ ਮਨ ਮਾਨਿਆ, ਇਹ ਅਕਾਲ ਪੁਰਖ ਜੀ ਨਾਲ ਮੇਲ ਮਿਲਾਪ ਦੀ, ਮਨੁੱਖੀ ਰੂਹ ਦੀ ਮੇਲ ਮਿਲਾਪ ਦੀ ਅਵਸਥਾ ਦਾ ਜ਼ਿਕਰ ਹੈ। ਕਿਵੇਂ ਹੋਇਆ? ਹੁਣ ਮਹਾਰਾਜ ਕਹਿੰਦੇ ਜਦੋਂ ਇਹ ਮੇਲ ਮਿਲਾਪ ਹੋ ਗਿਆ, ਫਿਰ ਇੱਥੇ ਵਿਛੋੜੇ ਨੂੰ ਕੋਈ ਸਖੀ ਵਸ ਆਇਆ, ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇੱਥੇ ਜਦੋਂ ਮੇਲ ਹੁੰਦਾ ਹੈ, ਉਸ ਤੋਂ ਬਾਅਦ ਫਿਰ ਵਿਛੋੜੇ ਦਾ ਕੋਈ ਸੰਕਲਪ ਹੀ ਹੈ ਨਹੀਂ। ਤੇ ਸਿੱਖ ਤੇ ਗੁਰੂ ਦੇ ਵਿਛੋੜੇ ਦਾ ਕੋਈ ਸੰਕਲਪ ਹੈ ਨਹੀਂ। ਵਿਛੋੜਾ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਿੱਖ ਨੂੰ ਗੁਰੂ ਨਾਲ ਮਿਲਣਾ ਨਹੀਂ ਆਇਆ। ਜਿੱਦਣ ਮਿਲਣਾ ਆ ਗਿਆ ਤੇ ਉਹ ਤੇ ਫਿਰ ਦਰਗਾਹ ਕਾ ਬਸੀਠ ਤੱਕ ਚੱਲਦਾ। ਦਰਗਾਹੀ ਮੇਲੇ ਹੈ, ਵਿਛੋੜੇ ਨੂੰ ਕੋਈ ਥਾਂ ਨਹੀਂ, ਤਲਾਕ ਨੂੰ ਕੋਈ ਥਾਂ ਨਹੀਂ, ਡਾਈਵੋਰਸ ਨੂੰ ਕੋਈ ਥਾਂ ਨਹੀਂ ਹੈ। ਇਸੇ ਤਰ੍ਹਾਂ ਹੀ ਜਦੋਂ ਇੱਥੇ ਬੈਠ ਕੇ ਨਾ, ਇੱਥੇ ਵੀ ਮਹਾਰਾਜ ਕਹਿੰਦੇ ਜਦੋਂ ਤੁਸੀਂ ਮਿਲ ਬੈਠਦੇ ਹੋ ਸਤ ਸੰਗੀਆਂ ਦੇ ਰੂਪ ਵਿੱਚ, ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰਾਂ ਕਹਾਣੀਆਂ ਮਿਲ ਕੇ। ਜਦੋਂ ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤ ਕੀਆਂ, ਤਾਂ ਫਿਰ ਇੱਥੇ ਵਿਛੜਨ ਨੂੰ ਕੋਈ ਥਾਂ ਨਹੀਂ ਹੈ। ਇਹ ਸਤ ਸੰਗੀ ਜੋੜ ਮੇਲੇ ਹੈ, ਵਿਛੋੜ ਮੇਲੇ ਨਹੀਂ ਹਨ। ਇਹੀ ਗੱਲ ਗੁਰੂਦੇਵ ਕਹਿੰਦੇ ਸਿੱਖ ਪਤੀ ਪਤਨੀ ਦੀ ਹੈ। ਉੱਥੇ ਜਿਹੜਾ ਰਿਸ਼ਤਾ ਹੋਇਆ ਹੈ ਨਾ, ਉਹ ਜੋੜ ਮੇਲੇ ਦਾ ਰਿਸ਼ਤਾ ਹੈ, ਵਿਛੋੜੇ ਦਾ ਕੋਈ ਰਿਸ਼ਤਾ ਹੀ ਨਹੀਂ ਹੈ। ਪਰ ਕੌੜਾ ਸੱਚ ਇਹ ਹੈ ਕਿ ਅੱਜ ਇਹ ਰਿਸ਼ਤਾ ਬਣ ਹੀ ਇਸ ਤਰ੍ਹਾਂ ਦਾ ਗਿਆ। ਔਰ ਮੈਨੂੰ ਖਿਮਾ ਕਰੋ, ਕੌੜਾ ਸੱਚ ਇਹ ਹੈ, ਕੁਝ ਵਾਹਿਗੁਰੂ ਜੀ ਦੇ ਦਰ ਤੋਂ ਵਰੋਸਾਈਆਂ ਹੋਈਆਂ ਗੁਰਮੁਖ ਰੂਹਾਂ, ਜਿਨ੍ਹਾਂ ਨੂੰ ਸਿੱਖ ਪਤੀ ਪਤਨੀ ਦੇ ਰੂਪ ਵਿੱਚ ਸਤ ਸੰਗੀ ਰਿਸ਼ਤੇ ਬਣਾਉਣੇ ਆ ਗਏ ਨੇ, ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਘਰ, ਭਾਵੇਂ ਉਹ ਕਾਨੂੰਨੀ ਤੌਰ 'ਤੇ ਤੋੜ ਵਿਛੋੜੇ ਵਾਲੇ ਪਾਸੇ ਨਹੀਂ ਤੁਰੇ, ਪਰ ਸੱਚ ਉਹ ਜਿਹੜਾ ਬਾਬਾ ਜੀ ਨੇ ਬਚਨ ਕੀਤਾ, ਜਾਂ ਵਿਵਾਹੀ ਤਾਂ ਚਾਓ ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ, ਵੱਤ ਕੁਆਰੀ ਨਾ ਥੀ ਹੈ। ਸਾਡੇ ਸਾਰਿਆਂ ਦੇ ਵਿੱਚ ਘੱਟ ਜਾਂ ਵੱਧ, ਮੈਂ ਮਹਾਰਾਜ ਦੀ ਹਜ਼ੂਰੀ 'ਚ ਖੜਾ, ਇੱਕ ਦੂਜੇ ਦੇ ਪ੍ਰਤੀ ਅਸੀਂ ਸ਼ਿਕਵਿਆਂ ਨਾਲ ਭਰੇ ਪਏ ਹਾਂ। ਪਤੀ ਆਪਣੀ ਜਗ੍ਹਾ 'ਤੇ ਸ਼ਿਕਵਿਆਂ ਨਾਲ ਭਰਿਆ ਪਿਆ ਪਤਨੀ ਲਈ, ਪਤਨੀ ਆਪਣੀ ਜਗ੍ਹਾ 'ਤੇ ਸ਼ਿਕਵਿਆਂ ਨਾਲ ਭਰੇ ਪਏ ਆ। ਮਜਬੂਰੀ ਬਸ ਅਸੀਂ ਰਿਸ਼ਤੇ ਨਿਭਾ ਰਹੇ ਹਾਂ, ਲੇਕਿਨ ਤੋੜ ਵਿਛੋੜਿਆਂ ਤੋਂ ਘੱਟ ਗੱਲ ਕੋਈ ਵੀ ਨਹੀਂ ਹੈ ਸਾਡੇ ਘਰਾਂ 'ਚ ਵੀ। ਰੋਜ਼ ਨਿੱਕੀ ਨਿੱਕੀ ਗੱਲ 'ਤੇ ਖੋਹਾ ਖਿੰਜੀ, ਬੋਲ ਕਬੋਲ, ਤਾਨੇ ਮਿਹਣੇ, ਨਿਜ ਮੇਰੇ ਪੱਲੇ ਪੈ ਗਈ, ਤੂੰ ਕਿੱਥੋਂ ਮੇਰੇ ਪੱਲੇ ਪੈ ਗਈ ਹੋ ਕੇ ਮੈਂ ਚੱਲੀ ਹਾਂ, ਤੂੰ ਮੈਂ ਕਹਿੰਦਾ ਫਲਾਣਾ ਫਲਾਣਾ, ਜੋ ਹੁੰਦਾ ਸਾਡੇ ਘਰਾਂ ਵਿੱਚ ਸਾਨੂੰ ਪਤਾ। ਭਰੇ ਪਈਆਂ ਗਲੀਆਂ ਸ਼ਿਕਵਿਆਂ ਨਾਲ। ਮਹਾਰਾਜ ਕਹਿੰਦੇ ਸ਼ਿਕਵੇ ਵਾਲੇ ਜਿਹੜੇ ਕਦੀ ਸ਼ੁਕਰਾਨਾ ਕਰ ਸਕਦੇ ਹੈ। ਸ਼ਿਕਵਾ ਅਤੇ ਸ਼ੁਕਰਾਨਾ ਦੋ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ। ਇਸ ਕਰਕੇ ਮੈਂ ਬੇਨਤੀ ਕੀਤੀ ਸੀ, ਇਹ ਮਨੋਵਿਗਿਆਨਕ ਮਸਲਾ ਹੈ, ਇਹ ਮਨ ਦੀ ਅਵਸਥਾ ਨਾਲ ਸੰਬੰਧਿਤ ਮਸਲਾ ਹੈ। ਜਿੱਥੇ ਸ਼ਿਕਵੇ ਹੁੰਦੇ ਆ ਉੱਥੇ ਸ਼ੁਕਰਾਨਾ ਨਹੀਂ ਹੁੰਦਾ, ਉੱਥੇ ਧੰਨਵਾਦ ਨਹੀਂ ਹੁੰਦਾ, ਅਤੇ ਜਿੱਥੇ ਸ਼ੁਕਰਾਨਾ ਹੁੰਦਾ ਉੱਥੇ ਸ਼ਿਕਵੇ ਨਹੀਂ ਹੁੰਦੇ। ਅੱਜ ਸਾਡੇ ਬੱਚੇ ਜੇ ਸਾਡੀ ਗੱਲ ਨਹੀਂ ਸੁਣਦੇ ਤਾਂ ਸਾਨੂੰ ਕਦੇ ਬੈਠ ਕੇ ਵਿਚਾਰਨਾ ਤੇ ਚਾਹੀਦਾ ਹੈ ਭਈ ਅਸੀਂ ਸੁਣਾਇਆ ਕੀ ਹੈ, ਉਹਨਾਂ ਨੂੰ ਮਸਲਾ ਖੜਾ ਕਿੱਥੇ ਹੈ।
शादी का रिश्ते दे तुसीं गल करदे हो, जदों रिश्ते तुसीं करने हैं जी वो इस तरह करने चाहिए है, जात नहीं देखनी चाहिए, उत्थे फलाना नहीं देखना चाहिए, वो नहीं देखना चाहिए, उस तों देखना चाहिए। अरे भलिओ जिहड़ी तुसीं बच्ची तैयार कीती है, जिहड़ा बच्चा तुसीं पुत्तर दे रूप विच तैयार कीता है, 20 22 23 25 साल दे विच जन्म तो लैके मात गर्भ तो लैके कंसीव करन तो लैके 25 साल की उम्र तक जदों तुसीं विआह दा सोचण लग जाते हो, उस वेले तक उस दी सिख जो बच्ची दे तौर ते, सिख मुटियार दे तौर ते तैयारी की करवाई है, ते सिख बच्चे दे तौर ते, सिख जवान दे तौर ते उहदी तैयारी की करवाई है, किदां दे संस्कार दिते ने। सिख रहत मर्यादा की तो तुसीं गल करन, वंडो सारिआं नूं वंडो भाई, रज रज वंडो। तुहाडे गुरद्वारिआं 'च कित्थे है, तुहाडे घरां 'च कित्थे है? प्रबंधक कमेटियां दे घरां 'च कित्थे है? मैं धार्मिक श्रेणी विचों, साडे घरां विच कित्थे है? कित्थे है साडी रहत मर्यादा? पहली संस्कार जन्म संस्कार है। जन्म संस्कार का मतलब की है? किहड़े संस्कार असीं सिख दे तौर ते अपने बच्चिआं दे विच देने आ, बच्चिआं विच देने आ, उहदा जिम्मेवार कौन है जी? किन्ने क गुरद्वारिआं दे विच बोर्ड लाए ने तुसीं, जिहदे विच संगरांदां ते लिखियां, पूर्णमाशियां ते लिखियां, पंचमियां ते लिखियां, उन्हां बोर्डां दे उत्ते सिख रहत मर्यादा दे जन्म संस्कार किन्ने क लिखे है, अमृत संस्कार किन्ने क लिखे है, आनंद संस्कार बारे किन्ना क तुसीं लिखिआ, मृतक संस्कार बारे किन्ना क लिखिआ है, सिख दी निजी रहनी किन्नी किस तरह की होनी चाहिए। उत्थे एक भी नोटिस बोर्ड किसी गुरद्वारे विच कि इतिहासक होवे, भावें सिंह सभा होवे ते भावें पिंड दा होवे, भावें छोटा होवे, वड्डे वड्डे तुसीं सुनहरी पालकियां बना लियां, संग मरमर ला ले, इहो जिहा नोटिस बोर्ड कित्थे लाए जिथे विआह वेले तुसीं हुण कहोगे कि बच्ची नूं सिੱਖਿਆ दिओ जी, बच्चे नूं सिੱਖਿਆ दिओ जी, ਜਿਹੜੇ 25 साल ਜਿਹੜੇ ਬਤੀਤ ਕੀਤੇ ਨੇ ਉਹ ਕਿਹਦੇ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਹੁਣ ਖੜੇ ਪੈਰ ਤੁਸੀਂ ਕਹੋ ਜੀ ਕਿ ਬੱਚੀ ਜਿਹੜੀ ਹੈ ਉਹ ਗੁਰਸਿੱਖ ਹੋ ਜਾਏ ਤੇ ਜਿਹੜਾ ਬੈਠਾ ਉਹ ਗੁਰਸਿੱਖ ਹੋ ਜਾਏ ਬੱਚਾ, ਕੀ ਸਮਝਦੇ ਹੋ ਤੁਸੀਂ? ਇਹ ਤੇ ਪਲ ਪਲ ਦੀ ਤਪੱਸਿਆ ਹੈ। सिख बच्ची बनना, सिख धी बनना, सिख पुत्र बनना, सिख पत्नी बनना, सिख पति बनना, सिख माँ प्यो बनना, ये रोज़ रोज़ नित नित जागरण करो। सच्चे पातशाह कहते कॉन्सटेंट अवेयरनैस है। ये किन्ना चिर बैठते हैं नहीं असीं अपने घरां दे विच, अपने आप विच, अपने पति पत्नी इकट्ठे किन्ने क बैठते हैं जी? इस पक्ष तो बाद च कहने जी साडियां बच्चियां फलाणियां नूं चलियां गईयां, साडे बच्चे फलाणे पासे चले गए। वो इस किन्नियां क मावां ने ਜਿਹੜੀਆਂ ਆਪਣੇ ਬੱਚਿਆਂ ਨੂੰ ਤਿਆਰ ਕਰਨ ਲੱਗਿਆਂ ਕਹਿੰਦੀਆਂ ਨੇ, ਤੂੰ ਵੀ ਕਹਿ ਧੰਨ ਮਾਤਾ ਸਾਹਿਬ ਕੌਰ, ਮੈਂ ਵੀ ਕਹਿੰਦੀ ਹਾਂ ਧੰਨ ਮਾਤਾ ਸਾਹਿਬ ਕੌਰ, ਕਿਉਂਕਿ ਧੀਏ ਹੈ ਜਿਹੜੀ ਮੈਂ ਤੇਰੇ ਕੇਸ ਵਾਹੁੰਦੀ ਪਈਆਂ, ਇਹਨਾਂ ਦੇ ਨਾਲ ਤੂੰ ਮਾਤਾ ਸਾਹਿਬ ਕੌਰ ਦੀ ਧੀ ਲੱਗਦੀ ਹੈ, ਜਿਹਦੇ ਵਰਗੀ ਸੁੰਦਰ ਬ੍ਰਹਮ ਗਿਆਨੀ ਮਾਂ ਇਸ ਸੰਸਾਰ ਵਿੱਚ ਹੋਰ ਕੋਈ ਨਹੀਂ। ਤੂੰ ਵੀ ਕਹਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਮਾਤਾ ਸਾਹਿਬ ਕੌਰ, ਮੈਂ ਵੀ ਕਹਿੰਦੀ ਹਾਂ। ਕਦੀ ਮਿੱਠ ਬੋਲੜਾ ਸੱਜਣ ਜੀ ਹਰ ਸੁਆਮੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰ, ਕੇਸ ਵਾਹੁੰਦੇ ਹਾਂ ਕਿਤੇ ਉਹੀ ਸ਼ਬਦ ਪੜਾ, ਅਤ ਪ੍ਰੀਤਮ ਮਨਮੋਹਨਾ ਘਟ ਸੋਹਣਾ ਪ੍ਰਾਣ ਧਾਰਾ ਰਾਮ। ਉਹ ਬਹੁਤ ਸੋਹਣਾ ਹੈ ਧੀਏ, ਤੇਰੇ ਅੰਦਰ ਉਹਦੀ ਜੋਤ ਹੈ, ਤੂੰ ਵੀ ਬਹੁਤ ਸੋਹਣੀ ਲੱਗਦੀ ਹੈ ਜੇ ਤੂੰ ਉਹਨੂੰ ਯਾਦ ਕਰੇ। ਚੱਲ ਆਪਾਂ ਮੂਲ ਮੰਤਰ ਦਾ ਪਾਠ ਕਰੀਏ। दसो तो सही, जो मैं किया सो मैं पाया, दोष ना दीजै अवर जना। जे सिख माँ मैनू नहीं बनना आया, सिख प्यो मैनू नहीं बनना आया, तो कल उन्होंने कहीए जी वो सिख पति पत्नी बन साडी, फिर साडी मर्जी की है? साडी मर्जी सिख सस बनना नहीं है, साडी मर्जी सिख सहुरा बनना नहीं है। साडियां मर्जियां ਜਿਹੜੀਆਂ ने वो दुनिया की भीड़ विच गुआचण वालियां ने। मैं हुण बस समाप्ति करा क्योंकि ये सारियां समस्यावां ने। और याद रखिए जिन्ना चिर तक ईमानदार हो के ध्यानतदार हो के इन्हां समस्यावां दा असीं चर्चा नहीं करांगे, मसले खड़े कित्थे ने, बीमारी दी जड़ कित्थे है, क्यों बच्चे जा रहे ने साडे हत्थां चों निकल के, क्यों बच्चियां जा रही ने साडे हत्थां चों निकल के।
कौन जिम्मेवार है ਇਹਦੇ ਲਈ? ਸਾਡੀ, मैं धार्मिक श्रेणी के तौर पर मैं जिम्मेवार हाँ, प्रबंधक जिम्मेवार ने। हर महल्ले ਦੇ ਵਿੱਚ, हर गली 'ਚ ਅਸੀਂ ਕੰਪੀਟੀਸ਼ਨ ਨਾਲ ਪ੍ਰਧਾਨਗੀਆਂ ਸਕੱਤਰੀਆਂ ਪਿੱਛੇ, ਗੋਲਕਾਂ ਦੇ ਲਾਲਚ ਪਿੱਛੇ ਗੁਰਦੁਆਰੇ ਵੱਖਰੇ ਵੱਖਰੇ ਮਹੱਲਿਆਂ 'ਚ ਬਣਾ ਲਏ। ਲੇਕਿਨ ਉਹਨਾਂ ਗੁਰਦੁਆਰਿਆਂ 'ਚ ਕੀਤਾ ਕੀ ਹੈ? ਅਸੀਂ ਸਾਡੇ ਗਲੀ ਮਹੱਲੇ ਦੇ ਵਿੱਚ ਸਾਡੇ ਬੱਚੇ ਬੱਚੀਆਂ ਕਿੱਧਰ ਨੂੰ ਜਾ ਰਹੇ ਨੇ, ਇਹਦੇ ਬਾਰੇ ਕਿਹਨੇ ਸੋਚਣਾ ਸੀ? ਇਹਦੇ ਬਾਰੇ ਕਿਹਨੇ ਚਿੰਤਿਤ ਹੋਣਾ ਸੀ? ਕਿਹਨੇ ਫਿਕਰਮੰਦ ਹੋਣਾ ਸੀ ਵੀ ਇਹ ਗੁਰਦੁਆਰਾ ਬਣਾਉਣ ਦਾ ਮਕਸਦ ਕੀ ਹੈ? ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲਕ ਹੈ। ਮਕਸਦ ਇਹ ਸੀ ਗੁਰਦੁਆਰੇ ਦਾ ਕਿ ਆਵਾਜ਼ਾਂ ਮਾਰੋ, ਪੈਰ ਧੋਵਾਂ ਪੱਖਾ ਫੇਰਦਾ। ਇਹ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮੈਂ ਧਰਮਸਾਲ ਦੇ ਵਿੱਚ ਆਹ ਕੁਛ ਮਰਿਆਦਾ ਰੱਖੀ, ਤੇ ਅਸੀਂ ਤਾਂ ਪੱਗੂ ਪੱਗੀ ਹੋਣੇ ਆ। ਬੱਚੇ ਸਾਡੇ ਜਾਣ ਜਿੱਥੇ ਮਰਜ਼ੀ ਜਾਣ, ਮੈਨੂੰ ਪ੍ਰਧਾਨਗੀ ਚਾਹੀਦੀ, ਮੈਨੂੰ ਸਕੱਤਰੀ ਚਾਹੀਦੀ, ਮੈਨੂੰ ਗੋਲਕ ਦਾ ਕਬਜ਼ਾ ਚਾਹੀਦਾ, ਮੇਰੀ ਪ੍ਰਧਾਨਗੀ 'ਚ ਬੈਂਕ ਬੈਲੈਂਸ ਕਿੰਨਾ ਬਣਿਆ, ਫਲਾਣਾ ਕਿੰਨਾ ਬਣਿਆ। ਮੇਰੇ ਗਲੀ ਮਹੱਲੇ ਦੇ ਵਿੱਚ ਬੱਚੇ ਜਿੱਧਰ ਨੂੰ ਮਰਜ਼ੀ ਜਾਂਦੇ, ਸਿੱਖਾਂ ਦੇ ਜਾਂਦੇ ਆ। ਇਹਦਾ ਫਿਕਰ ਕੌਣ ਕਰੇਗਾ? ਕਿਉਂ ਨਹੀਂ ਮੈਂ ਇੰਟਰੋਸਪੈਕਸ਼ਨ ਕਰਦਾ? ਕਿਉਂ ਨਹੀਂ ਮੈਂ ਆਤਮ ਪੜਚੋਲ ਕਰਦਾ ਕਿ ਉਸ ਗਲੀ ਮਹੱਲੇ ਦੇ, ਉਸ ਨਗਰੀ ਦੇ ਮਾਂ ਪਿਓ ਦਾ ਕਿਤੇ 1 ਮਹੀਨੇ ਬਾਅਦ, 2 ਮਹੀਨੇ ਬਾਅਦ ਇਕੱਠ ਬੁਲਾਵਾਂ। ਅੱਜ ਵੀ ਤੇ ਬੈਠੇ ਹੋ, ਬੀਬਾ ਨਰਿੰਦਰ ਕੌਰ ਹੋਰਾਂ ਨੇ ਤੇ ਕਰ ਲਿਆ ਉਦਮ, ਇੱਕ ਦੂਜੇ ਦਾ ਧੰਨਵਾਦ ਕਰ ਲਿਆ, ਮੁੱਕ ਗਈ ਗੱਲ। ਕਿਉਂ ਨਹੀਂ ਇਹ ਇਕੱਠ ਨਿਰੰਤਰ ਹੁੰਦੇ? ਕਦੀ ਮਾਂ ਪਿਓ ਬੈਠਣ, ਕਦੀ ਬੱਚੇ ਬੱਚੀਆਂ ਬੈਠਣ। ਭਾਈ ਸਾਹਿਬਾਨ ਨੂੰ 2 ਮਹੀਨੇ ਦੇ ਵਿੱਚ ਤਿਆਰੀ ਕਰਵਾਓ ਕਿ ਭਾਈ ਸਾਹਿਬ ਇਹ ਸਮੱਸਿਆਵਾਂ ਦੇ ਸੰਬੰਧ ਵਿੱਚ ਤੁਸੀਂ ਤਿਆਰੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ 'ਤੇ, ਇਤਿਹਾਸ ਦੇ ਆਧਾਰ 'ਤੇ, ਕਿਉਂਕਿ ਅਸੀਂ ਬੱਚੇ ਬੱਚੀਆਂ ਨੂੰ ਬੁਲਾ ਰਹੇ ਹਾਂ। ਉਹ ਬੱਚੇ ਟੁੱਟੇ ਜੁੜੇ ਨੇ ਕਿਵੇਂ ਹੈ? ਤੁਸੀਂ ਪ੍ਰੇਰਨਾ ਸਰੋਤ ਹੋ ਅਤੇ ਤੁਸੀਂ ਇਹ ਕਰਨਾ ਹੈ। ਅਸੀਂ ਤੁਹਾਡੇ ਨਾਲ ਜਿੱਦਾਂ ਦਾ ਸਹਿਯੋਗ ਕਹੋਗੇ, ਲਿਟਰੇਚਰ ਛਾਪਣਾ ਹੈ, ਕੋਈ ਪੈਂਫਲੇਟ ਛਾਪਣੇ ਨੇ, ਕੋਈ ਬੁਲਾਰੇ ਬੁਲਾਉਣੇ, ਉਹ ਅਸੀਂ ਕਰਾਂਗੇ ਪ੍ਰਬੰਧ, ਅਤੇ ਤੁਸੀਂ ਇਹ ਨਾਲ ਤਿਆਰੀ ਕਰਨ। ਇਹ ਨੋਟਿਸ ਬੋਰਡ ਨੇ, ਇਹਨਾਂ ਨੋਟਿਸ ਬੋਰਡਾਂ ਦੇ ਉੱਤੇ ਇਹ ਰਹਿਤ ਮਰਜ਼ਾਦਾ ਦੀਆਂ ਇਹ ਗੱਲਾਂ ਜਿਹੜੇ ਸਹਿਜ ਸੁਭਾਅ ਰੋਜ਼ ਆ ਕੇ ਗੁਰੂ ਕੇ ਸਿੱਖ ਪੜ੍ਹਨ। ਪੂਰਨਮਾਸ਼ੀ ਦਾ ਤੁਹਾਨੂੰ ਫਿਕਰ ਪੈ ਗਿਆ, ਪੰਚਮੀ ਦਾ ਤੁਹਾਨੂੰ ਮੱਸਿਆ ਦਾ ਫਿਕਰ ਪੈ ਗਿਆ। ਇਹ ਸਿੱਖ ਰਹਿਤ ਮਰਜ਼ਾਦਾ ਇੰਜੈਕਟ ਕਰਨੀ ਆ ਬੱਚਿਆਂ ਦੇ ਸੁਰਤੀ ਬਿਰਤੀ ਸਿੱਖਾਂ ਦੇ ਅੰਦਰ, ਇਹ ਰਹਿਤ ਮਰਜ਼ਾਦਾ ਇੰਜੈਕਟ ਕਰਨੀਆਂ, ਇਹ ਕਿੱਦਾਂ ਹੋਏਗੀ? ਤੁਸੀਂ ਇੱਥੇ ਵੰਡ ਦਿਓਗੇ, ਲੋਕਾਂ ਨੇ ਜਾ ਕੇ ਉੱਥੇ ਰੱਖ ਦੇਣੀ ਹੈ। ਟਾਈਮ ਕਿਹਦੇ ਕੋਲ ਹੈ? ਕੌਣ ਪੜ੍ਹੇਗਾ? ਕੋਈ ਨਹੀਂ ਪੜ੍ਹਦਾ। ਸਾਡੇ ਘਰਾਂ 'ਚ ਗ੍ਰੰਥੀ ਸਿੰਘਾਂ ਦੇ ਘਰਾਂ 'ਚ, ਰਾਗੀ ਸਿੰਘਾਂ ਪ੍ਰਚਾਰਕਾਂ ਦੇ ਘਰਾਂ 'ਚ ਨਹੀਂ ਪੜ੍ਹਦਾ ਕੋਈ, ਦੂਜਿਆਂ ਨੇ ਤਾਂ ਕੀ ਪੜ੍ਹਨਾ? ਪ੍ਰਧਾਨਾਂ ਸਕੱਤਰਾਂ ਦੇ ਘਰਾਂ 'ਚ ਕੋਈ ਨਹੀਂ ਪੜ੍ਹਦਾ। ਇਹਨਾਂ ਕੋਲੋਂ ਦੂਜਿਆਂ ਕੋਲੋਂ ਨਾ ਮਰਜ਼ बढ़ता गया ज्यों ज्यों दबा की, ਇੱਦਾਂ ਨਹੀਂ ਹੁੰਦਾ। ਲੋੜਾ ਦਾਬ ਬਿਜੌਰੀਆਂ ਕਿੱਕਰ ਬੀਜੈ ਜੱਟ, ਇੱਦਾਂ ਨਹੀਂ ਹੁੰਦਾ। ਕਿੱਕਰਾਂ ਬੀਜ ਕੇ ਤੇ ਬਿਜੌਰੀ ਦਾਖਾਂ ਲੱਭਾਂਗੇ, ਨਹੀਂ ਲੱਭਣੀਆਂ। ਐਵੇਂ ਭੁਲੇਖੇ 'ਚ ਨਾ ਰਹੀਏ। ਇਹ ਇੱਕ ਦੂਜੇ ਦਾ ਧੰਨਵਾਦ ਕਰਾ ਕੇ ਬਹੁਤ ਕੁਛ ਦੇਖ ਲਿਆ ਹੈ ਦੁਨੀਆ ਦੇ ਵਿੱਚ। ਸ਼ਬਦ ਦਾ ਆਸਰਾ ਗੁਰੂ ਨੇ ਬਖਸ਼ਿਆ। 35 ਸਾਲ ਇੰਟਰਫੇਥ ਕਾਨਫਰੰਸਿਸ ਵਿੱਚ ਜਾ ਕੇ ਦੁਨੀਆ ਨੇ ਦੇਖਿਆ। ਸਭ ਕੌਮਾਂ ਦੇ ਵਿੱਚ ਰੋਣਾ ਧੋਣਾ ਇੱਦਾਂ ਹੀ ਹੈ, ਤੁਹਾਡੇ ਵਾਂਗ ਹੀ ਹੈ। ਸਭ ਭਾਈਚਾਰਿਆਂ ਵਿੱਚ ਇੱਦਾਂ ਹੀ ਫਿਕਰਮੰਦ ਨੇ। ਸਾਡੇ ਬੱਚੇ ਟੁੱਟ ਗਏ, ਸਾਡੇ ਬੱਚੇ ਸੱਭਿਆਚਾਰਾਂ ਨਾਲੋਂ ਟੁੱਟ ਗਏ, ਸਾਡੇ ਬੱਚੇ ਸਾਡੀ ਪੁਰਾਤਨਤਾ ਨਾਲੋਂ, ਪਰੰਪਰਾਵਾਂ ਨਾਲੋਂ ਟੁੱਟ ਗਏ। ਸਭ ਨੂੰ ਫਿਕਰ ਹੈ। ਯਹੂਦੀ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਅਮੀਰ ਕੌਮ ਅਤੇ ਜੂਇਸ਼ ਕਾਂਗਰਸ ਜਿਹੜੀ ਉਹਨਾਂ ਦੀ, ਉਹਦਾ ਵਾਈਸ ਪ੍ਰੈਜ਼ੀਡੈਂਟ ਮੇਰਾ ਬਹੁਤ ਪਿਆਰਾ ਮਿੱਤਰ, ਸਾਡੀਆਂ ਗੱਲਾਂ ਉੱਥੇ ਹੋਣੀਆਂ। ਸਭ ਨੂੰ ਫਿਕਰ ਹੈ। ਸਾਰੇ ਯਤਨ ਵੀ ਕਰਦੇ ਆ ਔਰ ਸਿਸਟਮ ਵਿੱਚ ਯਤਨ ਕਰਦੇ ਆ, ਪਰ ਸਾਡੇ ਇੱਥੇ ਕੀ ਹੈ? ਸਾਡੇ ਗੁਰਦੁਆਰੇ ਜਿਹੜੇ ਕਿ ਧਰਮਸਾਲ ਜੀ ਦੀ ਡਾਕਟਰ ਮਨਪ੍ਰੀਤ ਸਿੰਘ ਹੋਰੀ ਗੱਲ ਕਰ ਰਹੇ ਸੀ ਵੀ ਇਹ ਧਰਮ ਕਮਾਉਣ ਦੀ ਜਗ੍ਹਾ, ਮੈਂ ਬੱਧੀ ਸੱਚ ਧਰਮਸਾਲ ਹੈ। ਇਹ ਧਰਮਸਾਲ ਜਿੱਥੇ ਧਰਮ ਦਾ ਪਾਠ ਪੜ੍ਹਾਉਣਾ ਸੀ, ਕੱਲਾ ਪੜ੍ਹਾਉਣਾ ਨਹੀਂ ਸੀ, ਦ੍ਰਿੜ ਕਰਨਾ ਤੇ ਕਰਵਾਉਣਾ ਸੀ। ਗੁਰਮੰਤਰ ਦ੍ਰਿੜ ਕਰਨਾ ਤੇ ਕਰਵਾਉਣਾ ਸੀ। ਕਹੋ ਨਾਨਕ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਹੋ ਨਾਨਕ ਗੁਰਮੰਤਰ ਪੜ੍ਹਿਆ ਪੜ੍ਹਾਇਆ ਨਹੀਂ, ਗੁਰਮੰਤਰ ਦ੍ਰਿੜਾਇਆ, ਦ੍ਰਿੜਾਉਣਾ ਸੀ। ਅਤੇ ਮੈਨੂੰ ਇਹ ਹੁੰਦਾ ਕਿ ਸੱਚੇ ਪਾਤਸ਼ਾਹ ਦਾ ਮੈਂ ਸਵੇਰੇ ਪ੍ਰਕਾਸ਼ ਕਰਨਾ ਹੈ, ਨਿਤਨੇਮ ਕਰਨਾ ਹੈ, ਕਿਉਂਕਿ ਮੈਂ ਤਨਖਾਹ ਉਸ ਚੀਜ਼ ਦੀ ਲੈਣੀ ਹੈ, ਅਤੇ ਰਾਤ ਨੂੰ ਬਾਬਾ ਜੀ ਦਾ ਸੁਖਾਸਨ ਕਰਨਾ, ਸੇਵਾ ਕਰਨੀ। ਅਤੇ ਬਸ ਮੈਂ ਗ੍ਰੰਥੀ ਸਿੰਘ ਦੇ ਤੌਰ 'ਤੇ ਮੇਰੀ ਇੰਨੀ ਡਿਊਟੀ ਹੈ।
ਰਾਗੀ ਸਿੰਘ ਕਹਿੰਦੇ ਉਹ ਸਾਡਾ ਕੀਰਤਨ ਕਰਨਾ, ਕੋਈ ਸੁਣੇ ਨੇ ਕਿ ਨਾ ਸੁਣੇ, ਕਿਉਂਕਿ ਤੇ ਪ੍ਰਧਾਨਗੀਆਂ ਨੂੰ ਸਕੱਤਰੀਆਂ ਨੂੰ ਆਪਣੀ ਫਿਕਰ। ਅਰੇ ਭਾਈ ਧਰਮਸਾਲ ਕਿਹਨੇ ਬਣਾਉਣੀ ਹੈ? ਧਰਮਸਾਲ ਅਸੀਂ ਰਲ ਕੇ ਸਾਰਿਆਂ ਨੇ ਬਣਾਉਣੀ ਹੈ। ਗੁਰਸਿੱਖਾਂ ਲਹਿੰਦਾ ਭਾਲ ਕੇ ਆਵਾਜ਼ਾਂ ਮਾਰ ਮਾਰ ਕੇ ਮਾਰੇ ਕਹਿੰਦੇ ਮੈਂ ਬੁਲਾਉਣਾ, ਆਓ ਬੈਠੀਏ। ਤੇ ਜਾਏ ਬਹੁ ਸਤ ਸੰਗਤੀ ਜਿੱਥੇ ਹਰਕਾ ਹਰ ਨਾਮ ਬਿਲੋਈਐ। ਰੇੜਕਾ ਪਾਉਣਾ ਉੱਥੇ, ਇਹ ਸਤ ਸੰਗੀ ਰੇੜਕਾ ਇੱਥੇ ਸਤਸੰਗਾਂ ਦੇ ਵਿੱਚ, ਧਰਮਸਾਲ ਦੇ ਵਿੱਚ, ਗੁਰੂ ਘਰ ਦੇ ਵਿੱਚ ਆ ਕੇ ਉਹ ਰੇੜ ਕੇ ਮੁੱਕ ਗਏ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਸੰਬੰਧੀ ਇਹ ਸਮੱਸਿਆਵਾਂ ਨੇ, ਇਹਨਾਂ ਦੇ ਹੱਲ ਕਿਵੇਂ ਹੋਣੇ ਆ, ਗੁਰਬਾਣੀ ਦੀ ਰੋਸ਼ਨੀ 'ਚ ਆਪਾਂ ਯਤਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਇੱਕ ਗੁਰਦੁਆਰੇ ਜਾ ਕੇ ਜਦੋਂ ਗੱਲ ਕੀਤੀ, ਇਸ਼ਤਿਹਾਰ ਬਾਰੇ ਦੱਸਿਆ, ਵੇਖਿਆ ਉਹਨਾਂ ਨੇ ਰੱਖ ਦਿੱਤਾ, ਮੈਂ ਇਹ ਬੇਨਤੀ ਕੀਤੀ ਵੀਰ ਜੀ ਇਹਨੂੰ ਤੁਸੀਂ ਪੋਸਟਰ ਬਣਾ ਕੇ ਲਗਾਓ। ਤੇ ਇਹ ਉਹਨਾਂ ਨੇ ਕਿਹਾ ਜੀ ਬੀਬੀ ਜੀ ਆਏ ਨੇ ਸਰੋਪਾ ਪਾਓ, ਜੰਕਾਰਾ ਛੱਡੋ ਜੀ, ਬਹੁਤ ਵਧੀਆ ਨਵੇਕਲਾ ਪ੍ਰੋਗਰਾਮ ਹੈ, ਸਾਨੂੰ ਇਹਦੀ ਲੋੜ ਸੀ। ਵੀਰ ਜੀ ਤੁਹਾਡੇ ਚਿੱਠੀ ਆਈ ਸੀ ਕਮੇਟੀ ਵੱਲੋਂ, ਕਹਿੰਦੇ ਜੀ ਕੋਈ ਨਹੀਂ ਆਈ। ਉਹ ਗੱਲ ਉੱਥੇ ਹੀ ਹੈ, ਮੈਨੇਜਰ ਸਾਹਿਬ ਵੱਲੋਂ ਕੱਲ੍ਹ ਮੇਰੀ ਮੀਟਿੰਗ ਹੋਈ ਵੀ ਚਿੱਠੀ ਆਈ, ਉਹ ਸੇਵਾਦਾਰ ਨੇ ਪ੍ਰਧਾਨ ਸਾਹਿਬ ਦੇ ਘਰ ਪਹੁੰਚਾਤੀ, ਉਹ ਘਰ ਦੇ ਵਿੱਚ ਪਈ ਰਹਿ ਗਈ, ਉਹਨੂੰ ਖੋਲ ਕੇ ਪੜ੍ਹਨ ਦੀ ਜ਼ਰੂਰਤ ਨਹੀਂ ਸਮਝੀ। ਇਸ਼ਤਿਹਾਰ ਆਇਆ, ਮੈਨੂੰ ਫੋਨ ਕਰ ਕਰਕੇ ਰੋਜ਼ ਦੇ ਇੰਨੇ ਫੋਨ ਆਉਂਦੇ ਨੇ, ਇੱਕ ਸੈਕਿੰਡ ਟਾਈਮ ਨਹੀਂ ਮਿਲਦਾ ਮੈਨੂੰ ਫੋਨ ਸੁਣਨ ਤੋਂ। ਤੇ ਇੱਕੋ ਹੀ ਗੱਲ ਪੁੱਛੀ ਜਾਂਦੀ ਵੀ ਜਿਹੜਾ ਵਿਆਹ ਹੋ ਰਹੇ ਨੇ ਕਦੋਂ ਹੋ ਰਹੇ ਨੇ। ਮੈਂ 10-15 ਮਿੰਟ ਲਗਾਨੀ ਆ ਕਿ ਵਿਆਹ ਨਹੀਂ ਹੋ ਰਹੇ, ਜੀਵਨ ਜਾਚ ਆ, ਵਿਆਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਤਲਾਕ ਨਾ ਹੋਵੇ, ਤੁਹਾਡੇ ਘਰ 'ਚ ਮਤਭੇਦ ਨਾ ਹੋਣ। ਇਹ ਗੁਰਮੁਖ ਪਿਆਰੇ ਜਿਹੜੇ ਆ ਰਹੇ ਨੇ ਉਹਨਾਂ ਤੋਂ ਖਜ਼ਾਨਾ ਲਈਏ ਤਾਂ ਅਸੀਂ ਕੁਛ ਸਿੱਖ ਲਈਏ। ਅੱਛਾ ਜੀ, ਫਿਰ ਉੱਥੇ ਚੁੱਪ ਕਰ ਜਾਂਦੇ ਨੇ। ਥੋੜੀ ਦੇਰ ਬਾਅਦ ਨਹੀਂ ਵਿਆਹ ਨਹੀਂ ਹੋ ਰਹੇ, ਇਹਦੇ 'ਚ ਬਸ ਇੱਕੋ ਹੀ ਕਿ ਵਿਆਹ ਹੋ ਰਹੇ ਜਾਂ ਨਹੀਂ ਹੋ ਰਹੇ। ਜੀਵਨ ਜਾਚ ਕੀ ਹੈ, ਸਮਾਗਮ ਦਾ ਮਕਸਦ ਕੀ ਹੈ, ਮਤਲਬ ਕੀ ਹੈ। ਹੁਣ ਕਮੇਟੀ ਵੱਲੋਂ ਚਿੱਠੀਆਂ ਤਾਂ ਚਲੇ ਗਈਆਂ, ਪਰ ਉਹਨਾਂ ਨੂੰ ਪੜ੍ਹ ਕੇ ਕੌਣ ਸੁਣਾਵੇ, ਖੋਲ ਕੇ ਕੌਣ ਦਵੇ ਉਹਨਾਂ ਨੂੰ। ਇਸ਼ਤਿਹਾਰ ਚਲੇ ਗਿਆ, ਉਹ ਲੱਗ ਗਿਆ, ਪਰ ਉਹਨੂੰ ਪੜ੍ਹੇ ਕੌਣ? ਪੜ੍ਹਨਾ ਵੀ ਤਾਂ ਜ਼ਰੂਰੀ ਹੈ ਨਾ। ਤੁਸੀਂ ਪੜ੍ਹੋ, ਤੁਹਾਨੂੰ ਸਮਝ ਆਏ ਸਮਾਗਮ ਦਾ ਮਕਸਦ ਕੀ ਹੈ। ਸੋ ਇਹ ਮੈਂ ਸੱਚ ਪੁੱਛੋ, ਮੈਂ ਸੁਣ ਰਹੀ, ਦਿਲ ਨਹੀਂ ਸੀ ਕਰਦਾ ਵੀ ਸਿੰਘ ਸਾਹਿਬ ਸਮਾਪਤੀ ਕਰਨ, ਪਰ ਜ਼ਰੂਰ ਮਨ ਕਰਕੇ ਮਹਾਰਾਜ ਮਿਹਰ ਕਰੇ ਸਾਰੇ ਹੀ ਸੁਣੋ, ਸਾਰੇ ਤੁਸੀਂ ਇਹ ਸਫਲ ਹੈ ਸਮਾਂ ਜਿਹੜਾ ਸਤਸੰਗ ਜਿਹੜਾ ਇਹਨੂੰ ਕਿਹਾ ਜਾਂਦਾ ਕਿ ਜਦੋਂ ਗੁਰੂ ਦੀ ਵਿਚਾਰ ਔਰ ਜੋ ਅਨਮੁੱਲੇ ਬਚਨ ਇਹ ਕਰ ਸਕਦੇ ਨੇ, ਅਸੀਂ ਤਾਂ ਰੋਲੀ ਪਾ ਸਕਦੇ ਹਾਂ। ਸੋ ਧੰਨਵਾਦ ਹੈ। ਭਾਈ ਗੁਰਮੀਤ ਸਿੰਘ ਜੀ ਸਾਡੇ ਵਿੱਚ ਆਏ ਨੇ, ਅਨਾਦ ਅਕੈਡਮੀ ਵਾਲੇ, ਬਹੁਤ ਹੀ ਸਹਿਯੋਗ ਦਿੰਦੇ ਨੇ। ਗੁਰਬਾਣੀ ਵਿਰਸਾ ਸੰਭਾਲ ਟਕਸਾਲ ਨੂੰ ਆਰੰਭ ਕਰਦੇ ਹਾਂ ਸਮਾਗਮ, ਤੇ 1.5 ਘੰਟਾ ਇਹਨਾਂ ਦਾ ਹੁੰਦਾ ਉੱਥੇ ਬੰਗਲਾ ਸਾਹਿਬ। ਮੈਂ ਰੋਮ ਰੋਮ ਕਰਕੇ ਇਹਨਾਂ ਦੀ ਵੀ ਧੰਨਵਾਦੀ ਹਾਂ। ਸੋ ਮੈਂ ਬੇਨਤੀ ਕਰਾਂਗੀ ਭਾਈ ਸਾਹਿਬ, ਤੁਹਾਡੇ ਨਾਲ ਬਹੁਤ ਸਾਰੇ ਨੌਜਵਾਨ ਬੱਚੇ ਜੁੜੇ ਹੋਏ ਨੇ, ਸਾਨੂੰ ਲੋੜ ਹੈ। ਮੇਰੀ ਚੇਅਰਮੈਨ ਸਾਹਿਬ ਨਾਲ ਵੀ ਇਹੋ ਹੀ ਗੱਲ ਹੋਈ ਸੀ, ਕਹਿੰਦੇ ਬੀਬੀਆਂ ਨਹੀਂ ਆਈਆਂ। ਮੈਂ ਬੀਬੀਆਂ ਨੂੰ ਕੀ ਕਰਨਾ, ਉਹਨਾਂ ਭਾਈ ਸਾਹਿਬ ਸਿੰਘ ਸਾਹਿਬ ਦੀ ਗੱਲ ਸੁਣਾ ਵੀ ਇਹਨਾਂ ਜੀ ਲਿਆ, ਹੁਣ ਲੋੜ ਹੈ ਬੱਚਿਆਂ ਨੂੰ। ਤੇ ਜਦੋਂ ਅਸੀਂ ਗਿਲੇ ਕਰਦੇ ਹਾਂ ਨਾ, ਫਿਰ ਰੋਕ ਕੇ ਕਰਦੇ, ਭੈਣ ਜੀ ਸੁਣੋ ਸਾਡੇ ਬੱਚੇ ਨੇ ਇੱਦਾਂ, ਸਾਡੀ ਬੱਚੀ ਨੇ, ਉਹ ਨਹੀਂ ਗੱਲ ਕਰੋ। ਇਹ ਜ਼ਰੂਰੀ ਹੈ ਕਿ ਜੇ ਸਮਾਂ ਮਿਲਿਆ ਤਾਂ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਓ। ਮੈਂ ਮੇਰੇ ਵੀਰ ਜੀ 5 ਮਿੰਟ ਮੈਂ ਨਾ ਕੀ ਹੈ ਨਾ ਕੁਲਜੀਤ ਸਿੰਘ ਜੀ, ਇਹ ਆਏ ਨੇ ਬੜੌਦਾ ਤੋਂ, ਪੂਨੇ ਨਾਗਪੁਰ ਤੋਂ ਆਏ ਨੇ। ਆਪ ਜੀ ਪੂਨੇ ਤੋਂ ਆਏ ਨੇ, ਬੜੌਦਾ ਤੋਂ ਵੀ ਸੰਗਤ ਆਈ ਹੈ। ਸੋ ਮੈਂ ਬੇਨਤੀ ਕਰਾਂਗੀ 5 ਮਿੰਟ ਦੀ ਹਾਜ਼ਰੀ ਭਰਨਗੇ। ਉਸ ਤੋਂ ਬਾਅਦ ਇੱਕ ਬੱਚੀ ਬਹੁਤ ਅੱਛੀ ਐਂਕਰਿੰਗ ਵੀ ਕਰਦੀ ਹੈ ਔਰ ਬੋਲਦੀ ਵੀ ਹੈ। ਸਾਡੇ ਵਿੱਚ ਸਿਮਰਨਜੀਤ ਵੀ ਬੈਠੀ ਹੈ ਐਡਵੋਕੇਟ, ਉਹ ਵੀ 5 ਮਿੰਟ ਚਾਹੁੰਦੀ ਹੈ। ਸੋ ਸਮਾਂ ਛੇਤੀ ਸਮਾਪਤ ਕਰ ਦੇਣਾ, ਹੁਣ ਸਮਾਪਤੀ ਵੱਲ ਜਾ ਰਹੇ। 5-5 ਮਿੰਟ ਦੀਆਂ 3 ਹਾਜ਼ਰੀਆਂ ਨੇ। ਸੋ ਆਪ ਜੀ ਇਸੇ ਹੀ ਤਰ੍ਹਾਂ ਮਨ ਕਰਕੇ ਸੁਣਨ ਦੀ ਕਿਰਪਾਲਤਾ ਕਰੋ ਜੀ।